बहुत ही प्यारे बच्चों, सत श्री अकाल। ਅੱਜ ਮੈਂ ਸ਼ੈਲਜਾ ਕੁਮਾਰੀ ਪੰਜਾਬੀ ਮਿਸਟਰਸ ਤੁਹਾਡੇ ਵਾਸਤੇ ਤੁਹਾਡੀ ਸਾਹਿਤਮਾਲਾ ਪੁਸਤਕ ਵਿੱਚ ਦਰਜ ਜਮਾਤ 9ਵੀਂ ਦੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਰਚਨਾ ਪੰਜਾਬ ਦੇ ਮਜ਼ਦੂਰ ਅਤੇ ਖੂਹ ਉੱਤੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ। ਬੱਚਿਓ, ਇਸ ਵਿੱਚ ਪੰਜਾਬ ਦੇ ਮਜ਼ਦੂਰਾਂ ਦੇ ਬਾਰੇ ਕਵੀ ਜੀ ਨੇ ਗੱਲ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਮਜ਼ਦੂਰ ਬੜੇ ਹੀ ਸਾਦੇ ਸੁਭਾਅ, ਸਾਫ਼ ਦਿਲ, ਭੋਲੇ ਮਨ, ਗਰੀਬੀ ਅਤੇ ਬੇਪਰਵਾਹੀ ਦੇ ਸਬਰ ਸੰਤੋਖ ਦੇ ਗੁਣਾਂ ਨਾਲ ਭਰਪੂਰ ਹਨ। ਇਸ ਕਰਕੇ ਇਹ ਕਵੀ ਨੂੰ ਬਹੁਤ ਹੀ ਜ਼ਿਆਦਾ ਚੰਗੇ ਲੱਗਦੇ ਹਨ। ਹੁਣ ਬੱਚੋ, ਆਪਾਂ ਇਸ ਕਵਿਤਾ ਦੇ ਬਾਰੇ ਥੋੜ੍ਹਾ ਜਿਹਾ ਵਿਸਥਾਰ ਨਾਲ ਪੜ੍ਹਾਂਗੇ, ਜੋ ਕਿ ਇਸ ਤਰ੍ਹਾਂ ਹੈ। ਕਿਆ ਹੈ ਕਿ ਪੰਜਾਬ ਦੇ ਮਜ਼ਦੂਰ, ਓਏ ਮਜ਼ਦੂਰ ਚੰਗੇ ਲੱਗਦੇ, ਨਿੱਕੇ ਨਿੱਕੇ ਖਿਆਲ ਇਹਨਾਂ ਦੇ, ਉਹਨਾਂ ਵਿੱਚ ਢਲੀਆਂ ਇਹਨਾਂ ਦੀਆਂ ਜ਼ਿੰਦਗੀਆਂ, ਸਾਦੇ ਸਾਦੇ ਚਿਹਰੇ ਬੇਨਕਾਬ ਜਿਹੇ, ਨਾ ਛੁਪਦੇ ਨਾ ਛੁਪਾਉਂਦੇ ਕੁਝ ਆਪਣਾ, ਨੰਗੇ ਨੰਗੇ ਦਿਲ ਇਹਨਾਂ ਦੇ, ਭੋਲੇ ਭਾਲੇ ਲੋਕ ਤੇ ਆਲੀਆਂ ਭੋਲੀਆਂ ਗੱਲਾਂ, ਇਹਨਾਂ ਦੀ ਗਰੀਬੀ ਨਿੱਕੀ, ਇਹਨਾਂ ਦਾ ਸੰਤੋਖ ਵੱਡਾ, ਇਹ ਠੰਡੇ ਪਾਣੀ ਵਾਂਗ ਮੇਰੇ ਜੀਅ ਨੂੰ ਠਾਰਦੇ। ਬੱਚੋ, ਇਸ ਸਭ ਤੋਂ ਪਹਿਲਾਂ ਤੁਹਾਨੂੰ ਇਸ ਦੇ ਸ਼ਬਦਾਂ ਦੇ ਅਰਥਾਂ ਦਾ ਪਤਾ ਹੋਣਾ ਚਾਹੀਦਾ ਹੈ, ਜੋ ਕਿ ਇਸ ਤਰ੍ਹਾਂ ਹੈ। ਪਹਿਲੀ ਲਾਈਨ ਵਿੱਚ ਹੀ ਤੁਹਾਡਾ ਹੈਗਾ ਆ ਮਜ਼ਦੂਰ। ਮਜ਼ਦੂਰ ਤੋਂ ਭਾਵ ਹੈ ਮਜ਼ਦੂਰ, ਅਤੇ ਬੇਨਕਾਬ ਤੋਂ ਭਾਵ ਹੈ ਨੰਗੇ, ਆਲੀਆਂ ਭੋਲੀਆਂ ਤੋਂ ਮਤਲਬ ਹੈ ਭੋਲੀਆਂ ਭਾਲੀਆਂ। ਬੱਚੋ, ਇਸ ਵਿੱਚ ਕਵੀ ਜੀ ਕਹਿੰਦੇ ਹਨ ਕਿ ਮੈਨੂੰ ਪੰਜਾਬ ਦੇ ਮਜ਼ਦੂਰ ਬੜੇ ਹੀ ਚੰਗੇ ਲੱਗਦੇ ਹਨ, ਕਿਉਂਕਿ ਇਹਨਾਂ ਦੇ ਖਿਆਲ ਨਿੱਕੇ ਨਿੱਕੇ ਹਨ। ਇਹਨਾਂ ਦੇ ਨਿੱਕੇ ਨਿੱਕੇ ਖਿਆਲਾਂ ਵਿੱਚ ਇਹਨਾਂ ਦੀਆਂ ਜ਼ਿੰਦਗੀਆਂ ਢਲੀਆਂ ਹੋਈਆਂ ਹਨ। ਇਹਨਾਂ ਦੇ ਚਿਹਰੇ ਸਾਦੇ ਅਤੇ ਨੰਗੇ ਹਨ। ਇਹ ਕੁਛ ਵੀ ਛੁਪਾਉਂਦੇ ਨਹੀਂ। ਇਹਨਾਂ ਦੇ ਦਿਲ ਵੀ ਨੰਗੇ ਨੰਗੇ ਹਨ। ਇਹ ਲੋਕ ਭੋਲੇ ਭਾਲੇ ਹਨ ਅਤੇ ਇਹਨਾਂ ਦੀਆਂ ਗੱਲਾਂ ਭੋਲੀਆਂ ਭਾਲੀਆਂ ਹਨ। ਇਹਨਾਂ ਦੀ ਗਰੀਬੀ ਨਿੱਕੀ ਹੈ ਅਤੇ ਇਹਨਾਂ ਦਾ ਸੰਤੋਖ ਵੱਡਾ ਹੈ। ਇਹ ਮੇਰੇ ਦਿਲ ਨੂੰ ਠੰਡੇ ਪਾਣੀ ਵਾਂਗ ਠਾਰਦੇ ਹਨ। ਸੋ ਬੱਚੋ, ਤੁਸੀਂ ਇਸ ਕਵਿਤਾ ਤੋਂ ਕੀ ਸਿੱਖਿਆ ਕਿ ਪੰਜਾਬ ਦੇ ਜਿਹੜੇ ਮਜ਼ਦੂਰ ਹੈ ਵਾਕਈ ਹੀ ਬੜੇ ਹੀ ਸਾਫ਼ ਦਿਲ, ਭੋਲੇ ਮਨ ਅਤੇ ਗਰੀਬੀ ਦੇ ਨਾਲ ਭਰੇ ਹੋਏ ਹਨ, ਜੋ ਕਿ ਪਰ ਫਿਰ ਵੀ ਉਹਨਾਂ ਨੂੰ ਪਰਮਾਤਮਾ ਨੇ ਬੜਾ ਹੀ ਸਬਰ ਸੰਤੋਖ ਦਿੱਤਾ ਹੈ। ਉਹ ਆਪਣੇ ਜਿਹੜੀ ਰੋਜ਼ੀ ਰੋਟੀ ਹੈਗੀ ਹੈ ਉਸਨੂੰ ਕਮਾਉਣ ਵਿੱਚ ਹਿੰਮਤ ਨਹੀਂ ਹਾਰਦੇ। ਉਹ ਜੋ ਵੀ ਰੱਬ ਉਹਨਾਂ ਨੂੰ ਦਿੰਦਾ ਹੈ ਉਸਦੇ ਭਾਣੇ ਵਿੱਚ ਹੀ ਖੁਸ਼ ਰਹਿੰਦੇ ਹਨ। ਅਗਲੀ ਰਚਨਾ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਖੂਹ ਉੱਤੇ। ਕਿਹੜੀ ਹੈ ਬੱਚਿਓ? ਖੂਹ ਉੱਤੇ। ਇਸ ਕਵਿਤਾ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਕਿਹਾ ਹੈ ਕਿ ਖੂਹ ਉੱਤੇ ਪਾਣੀ ਭਰਦੀਆਂ ਕੁੜੀਆਂ ਦਾ ਦ੍ਰਿਸ਼ ਬੜਾ ਹੀ ਰੋਮਾਂਚਕ ਭਰਿਆ ਅਤੇ ਦਿਲ ਖਿੱਚਵਾਂ ਹੁੰਦਾ ਹੈ। ਉਹ ਪਾਣੀ ਨਾਲ ਖੇਡਦੀਆਂ ਹਨ, ਮੂੰਹ ਹੱਥ ਅਤੇ ਪੈਰ ਧੋਂਦੀਆਂ ਹਨ। ਉਹ ਆਏ ਗਏ ਕਵੀ ਕਵਿਸ਼ਰੀ ਨੂੰ ਪਾਣੀ ਵੀ ਪਿਆਉਂਦੀਆਂ ਹਨ। ਉਹ ਇੱਕ ਦੂਜੇ ਨਾਲ ਖੂਬ ਗੱਲਾਂ ਕਰਦੀਆਂ ਹਨ ਅਤੇ ਹੇਕਾਂ ਲਾ ਲਾ ਕੇ ਗਾਉਂਦੀਆਂ ਹਨ। ਉਹ ਘੜੇ ਚੁਕਾਉਣ ਵਿੱਚ ਇੱਕ ਦੂਜੇ ਦੀ ਮਦਦ ਵੀ ਕਰਦੀਆਂ ਹਨ। ਹੁਣ ਆਪਾਂ ਬੱਚੋ ਇਸ ਕਵਿਤਾ ਨੂੰ ਵਿਸਥਾਰ ਨਾਲ ਪੜ੍ਹਾਂਗੇ। ਕਿਆ ਹੈ? ਕੋਲ ਹੀ ਖੂਹ ਉੱਤੇ ਪਿੱਪਲ ਹੇਠ, ਨਿੱਕੀ ਵੱਡੀ ਘੱਗਰੀਆਂ, ਨਿੱਕੀਆਂ ਨਿੱਕੀਆਂ ਬਾਹਾਂ, ਵੱਡੀਆਂ ਵੱਡੀਆਂ ਲੱਜਾਂ, ਕੁੜੀਆਂ ਪੰਜਾਬ ਦੀਆਂ, ਪਾਣੀ ਪਈਆਂ ਭਰਦੀਆਂ, ਪਾਣੀ ਖੂਹ ਉੱਤੋਂ ਕੱਢਦੀਆਂ, ਕੁਛ ਡੋਲਦੀਆਂ ਕੁਛ ਭਰਦੀਆਂ, ਕੁਛ ਛੱਟੇ ਮਾਰ ਮਾਰ ਵੰਡਦੀਆਂ।
ਮੂੰਹ 'ਤੇ ਪਾਉਂਦੀਆਂ ਡੋਲ ਡੋਲ ਹੱਥਾਂ ਨਾਲ ਪੈਰਾਂ ਨੂੰ ਨਹਾਉਂਦੀਆਂ। ਬੱਚੋ, ਇਸ ਵਿੱਚ ਕਵੀ ਜੀ ਲਿਖਦੇ ਹਨ ਕਿ ਉਹ ਨੇੜੇ ਹੀ ਪਿੱਪਲ ਦੇ ਹੇਠਾਂ ਇੱਕ ਖੂਹ ਉੱਤੇ ਛੋਟੀਆਂ ਅਤੇ ਵੱਡੀਆਂ ਘੱਗਰੀਆਂ ਵਾਲੀਆਂ ਪੰਜਾਬ ਦੀਆਂ ਕੁੜੀਆਂ ਪਾਣੀ ਭਰ ਰਹੀਆਂ ਹਨ। ਉਹਨਾਂ ਦੀਆਂ ਬਾਹਾਂ ਨਿੱਕੀਆਂ ਨਿੱਕੀਆਂ ਹਨ, ਪਰ ਉਹਨਾਂ ਨੇ ਵੱਡੀਆਂ ਵੱਡੀਆਂ ਲੱਜਾਂ ਫੜੀਆਂ ਹੋਈਆਂ ਹਨ। ਬੱਚੋ, ਲੱਜਾ ਹੁੰਦਾ ਆ ਖੂਹ ਵਿੱਚੋਂ ਪਾਣੀ ਕੱਢਣ ਲਈ ਇੱਕ ਡੋਲ ਨਾਲ ਜਿਹੜੀ ਬੱਝੀ ਹੋਈ ਰੱਸੀ ਹੁੰਦੀ ਹੈ, ਉਸ ਨੂੰ ਲੱਜਾ ਕਿਹਾ ਜਾਂਦਾ ਹੈ। ਉਹਨਾਂ ਦੀਆਂ ਬਾਹਾਂ ਨਿੱਕੀਆਂ ਨਿੱਕੀਆਂ ਹਨ, ਪਰ ਉਹਨਾਂ ਨੇ ਵੱਡੀਆਂ ਵੱਡੀਆਂ ਲੱਜਾਂ ਫੜੀਆਂ ਹੋਈਆਂ ਹਨ। ਉਹ ਕੁਝ ਪਾਣੀ ਘੜਿਆਂ ਵਿੱਚ ਭਰ ਰਹੀਆਂ ਹਨ, ਕੁਝ ਬਾਹਰ ਡੋਲ ਰਹੀਆਂ ਹਨ ਅਤੇ ਕੁਝ ਪਾਣੀ ਉਹ ਆਪਣੇ ਹੱਥਾਂ ਨਾਲ ਛੱਟੇ ਮਾਰ ਕੇ ਰੋੜ ਰਹੀਆਂ ਹਨ। ਉਹ ਆਪਣੇ ਮੂੰਹ ਉੱਤੇ ਪਾਣੀ ਦੇ ਛੱਟੇ ਮਾਰਦੀਆਂ ਹਨ। ਉਹ ਆਪਣੇ ਹੱਥਾਂ ਨਾਲ ਪਾਣੀ ਡੋਲ ਡੋਲ ਕੇ ਆਪਣੇ ਪੈਰਾਂ ਨੂੰ ਧੋਂਦੀਆਂ ਹਨ। ਇਸ ਤੋਂ ਬਾਅਦ ਹੈ ਬੱਚੋ, ਆਏ ਗਏ ਕਵੀ ਕਵੀਸ਼ਰ ਨੂੰ ਪਾਣੀ ਬੁੱਕਾਂ ਨਾਲ ਪਿਲਾਉਂਦੀਆਂ। ਖੂਹ 'ਤੇ ਵੀ ਇੱਕ ਜੀਵਨ ਰੰਗ ਬਿਰੰਗੀ ਹੈ। ਦੋ ਗੱਲਾਂ ਕਰਨੀਆਂ ਕਰਾਉਣੀਆਂ, ਦੋ ਸੁਣਨੀਆਂ ਸੁਣਾਉਣੀਆਂ। ਉਹ ਇੱਕ ਦੂਜੇ ਦਾ ਹੱਥ ਵਟਾਉਣਾ, ਘੜੇ ਭਰੇ ਭਰੇ ਚੁੱਕਣੇ ਚੁਕਾਉਣੇ, ਰਲ ਮਿਲ ਗਾਉਣਾ, ਹੇਕਾਂ ਲਾਉਣੀਆਂ। ਬੱਚੋ, ਇਸ ਵਿੱਚ ਕਵੀ ਜੀ ਕਹਿੰਦੇ ਹਨ ਕਿ ਖੂਹ ਉੱਤੇ ਪਾਣੀ ਭਰਦੀਆਂ ਕੁੜੀਆਂ ਕਦੇ ਕਦੇ ਆਉਂਦੇ ਜਾਂਦੇ ਕਿਸੇ ਕਵੀ ਨੂੰ ਬੁੱਕਾਂ ਨਾਲ ਪਾਣੀ ਪਿਲਾਉਂਦੀਆਂ ਹਨ। ਕੁੜੀਆਂ ਦਾ ਖੂਹ ਉੱਤੇ ਇਕੱਠੀਆਂ ਹੋਣਾ ਵੀ ਇੱਕ ਰੰਗ ਬਿਰੰਗਾ ਜੀਵਨ ਹੈ। ਉਹ ਕਿਸੇ ਦੀਆਂ ਦੋ ਗੱਲਾਂ ਸੁਣਦੀਆਂ ਹਨ ਅਤੇ ਕਿਸੇ ਨੂੰ ਦੋ ਗੱਲਾਂ ਸੁਣਾ ਦਿੰਦੀਆਂ ਹਨ। ਉਹ ਇੱਕ ਦੂਸਰੇ ਦੇ ਭਰੇ ਹੋਏ ਘੜੇ ਚੁਕਾ ਕੇ ਮਦਦ ਕਰਦੀਆਂ ਹਨ ਅਤੇ ਇਕੱਠੇ ਹੋ ਕੇ ਹੇਕਾਂ ਲਾਉਂਦੀਆਂ ਅਤੇ ਗਾਉਂਦੀਆਂ ਹਨ। ਸੋ ਬੱਚੋ, ਇਸ ਰਚਨਾ ਵਿੱਚ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਪੰਜਾਬ ਦੀਆਂ ਖੂਹ ਉੱਤੇ ਪਾਣੀ ਭਰਦੀਆਂ ਕੁੜੀਆਂ ਦਾ ਦ੍ਰਿਸ਼ ਆਪਣੇ ਬੜੇ ਹੀ ਰੋਮਾਂਚਕ ਢੰਗ ਨਾਲ ਪੇਸ਼ ਕੀਤਾ ਹੈ, ਜਿਵੇਂ ਕਿ ਹੁਣੇ ਹੀ ਆਪਾਂ ਇਸ ਕਵਿਤਾ ਵਿੱਚ ਪੜ੍ਹਿਆ ਹੈ। ਹੁਣ ਬੱਚੋ, ਆਪਾਂ ਕੁਛ ਅਭਿਆਸ ਦੇ ਪ੍ਰਸ਼ਨ ਇਸ ਦੇ ਵਿੱਚ ਕਰਾਂਗੇ। ਜਿਵੇਂ ਪੰਜਾਬ ਦੇ ਮਜ਼ਦੂਰ ਆਪਾਂ ਪੜ੍ਹਿਆ ਸੀ ਪਹਿਲਾਂ। ਸਭ ਤੋਂ ਪਹਿਲਾਂ ਇਹਦਾ ਪ੍ਰਸ਼ਨ ਕਰ ਸਕਦੇ ਹਾਂ ਆਪਾਂ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਿਸੇ ਵੀ ਇੱਕ ਕਵਿਤਾ ਦਾ ਨਾਂ ਲਿਖੋ। ਸਭ ਤੋਂ ਪਹਿਲਾਂ ਆਪਾਂ ਬੱਚਿਓ ਪਿਛਲੀ ਪੋਸਟ ਵਿੱਚ ਮੈਂ ਤੁਹਾਨੂੰ ਜਵਾਨ ਪੰਜਾਬ ਦੀ ਜਿਹੜੀ ਰਚਨਾ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਉਹ ਕਰਵਾਈ ਸੀ। ਇਸ ਤੋਂ ਇਲਾਵਾ ਅੱਜ ਆਪਾਂ ਕੀਤਾ ਪੰਜਾਬ ਦੇ ਮਜ਼ਦੂਰ, ਦੂਜਾ ਆਪਾਂ ਕੀਤਾ ਖੂਹ ਉੱਤੇ। ਹੁਣ ਆਪਾਂ ਪੰਜਾਬ ਦੇ ਮਜ਼ਦੂਰ ਜਿਹੜੀ ਕਵਿਤਾ ਆ ਉਸ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰਨ ਜਾ ਰਹੇ ਹਾਂ। ਉਸ ਦੇ ਵਿੱਚ ਪਹਿਲਾ ਪ੍ਰਸ਼ਨ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਪੁੱਛਿਆ ਜਾਂਦਾ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਿਸੇ ਇੱਕ ਕਵਿਤਾ ਦਾ ਨਾਂ ਲਿਖੋ। ਤਾਂ ਤੁਸੀਂ ਇਹਨਾਂ ਦੀਆਂ ਤਿੰਨੇ ਰਚਨਾਵਾਂ 'ਚੋਂ ਕੋਈ ਵੀ ਜਿਹੜੀ ਰਚਨਾ ਹੈ ਉਹ ਲਿਖ ਸਕਦੇ ਹੈ। ਜਾਂ ਜਵਾਨ ਪੰਜਾਬ ਦੇ ਲਿਖ ਸਕਦੇ ਹੋ, ਪੰਜਾਬ ਦੇ ਮਜ਼ਦੂਰ ਲਿਖ ਸਕਦੇ ਹੋ, ਜਾਂ ਖੂਹ ਉੱਤੇ ਰਚਨਾ ਲਿਖ ਸਕਦੇ ਹੋ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਕਿ ਕਵੀ ਨੇ ਪੰਜਾਬ ਦੇ ਮਜ਼ਦੂਰਾਂ ਦੇ ਚਿਹਰੇ ਕਿਹੋ ਜਿਹੇ ਪੇਸ਼ ਕੀਤੇ ਹਨ। ਕਿਹੋ ਜਿਹੇ ਪੇਸ਼ ਕੀਤੇ ਹਨ? ਇਹਦਾ ਉੱਤਰ ਹੈ ਬੇਨਕਾਬ। ਆ ਦੇਖੋ, ਬੇਨਕਾਬ, ਕਿ ਪੰਜਾਬ ਦੇ ਮਜ਼ਦੂਰਾਂ ਦੇ ਚਿਹਰੇ ਉਹਨਾਂ ਨੇ ਬੇਨਕਾਬ ਜਿਹੇ ਪੇਸ਼ ਕੀਤੇ ਹਨ। ਅਗਲਾ ਪ੍ਰਸ਼ਨ ਹੈ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਅਨੁਸਾਰ ਪੰਜਾਬ ਦੇ ਮਜ਼ਦੂਰਾਂ ਲਈ ਨਿੱਕੀ ਚੀਜ਼ ਕਿਹੜੀ ਹੈ? ਕਿਹੜੀ ਹੈ ਬੱਚੋ? ਆ ਦੇਖੋ, ਲਾਈਨ 'ਚ ਲਿਖਿਆ ਹੈ ਇਹਨਾਂ ਦੀ ਗਰੀਬੀ ਨਿੱਕੀ। ਸੋ ਇਸ ਦਾ ਉੱਤਰ ਹੈ ਗਰੀਬੀ। ਪ੍ਰੋਫੈਸਰ ਪੂਰਨ ਸਿੰਘ ਜੀ ਅਨੁਸਾਰ ਪੰਜਾਬ ਦੇ ਮਜ਼ਦੂਰਾਂ ਲਈ ਨਿੱਕੀ ਚੀਜ਼ ਗਰੀਬੀ ਹੈ। ਅਗਲਾ ਪ੍ਰਸ਼ਨ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਅਨੁਸਾਰ ਪੰਜਾਬ ਦੇ ਮਜ਼ਦੂਰਾਂ ਕੋਲ ਵੱਡੀ ਚੀਜ਼ ਕਿਹੜੀ ਹੈ? ਇਹਦਾ ਉੱਤਰ ਹੈ ਸੰਤੋਖ। ਆ ਦੇਖੋ ਲਿਖਿਆ ਹੈ ਇਹਨਾਂ ਦਾ ਸੰਤੋਖ ਵੱਡਾ,
कि प्रोफैसर पूरन सिंह जी अनुसार पंजाब के मजदूरों कोल वड्डी चीज़ संतोख है। अगला प्रश्न है कि कवि के मन नूं किहड़ी चीज़ ठंडे पानी वांग ठारदी है। उत्तर है पंजाबी मजदूरों का चरित्र, कि उन्होंने पंजाबी मजदूरों का जिहड़ा चरित्र है बहुत ही चंगा लगता है। क्यों लगता है कि उन्हों का जिहड़ा चरित्र बहुत ही वो सादे सुभाਅ दे, साफ दिल, भोले भाले, गरीबी अते बेपरवाही नाल भरपूर हैं। वो रब की रज़ा विच रहना जानते हैं। अगली बेटा रचना है प्रोफैसर पूरन सिंह की जिहड़ी खूह उत्ते। हुण आपां इस दे नाल संबंधित जिहड़े प्रश्न उत्तर है वो करांगे। पहला प्रश्न है बच्चों इहदे विच खूह उत्ते कविता किन्ने भागां विच वंडी हुई है। उत्तर है 4। अगला प्रश्न है खूह उत्ते कविता किस प्रकार की जीवन दृष्टि पेश हुई है। उत्तर है बेपरवाही। अगला प्रश्न है खूह कित्थे है। कित्थे है बच्चों खूह। पहली ही लाइन च देखो लिखा है कोल ई खूल उत्ते पिपल हेठ। तो ਇਹਦਾ उत्तर की है पिंड विच पिपल हेठ। खूह उत्ते पानी कौन भर रहा है। कौन भर रहा है। पंजाब दियां मुटियार कुड़ियाँ। कुड़ियाँ कवि कविश्रा नूं काहदे नाल पानी पिलाउंदियां हन। उत्तर है बुक्कां नाल। अगला प्रश्न है खूह उत्ते जीवन किहो जिहा है। उत्तर है रंग बिरंगा। अगला प्रश्न है कुड़ी नाल कौन छेड़छाड़ करता है। उत्तर है हवा। अगला प्रश्न है गहने नाल के किस दी सिफत करते हैं। उत्तर है कुड़ी। अगला प्रश्न है कवि मुड़ मुड़ के की तकदा है। खूह दी रौनक, कि कवि जड़ा है वो खूह दी रौनक मुड़ मुड़ के तकदा है। उम्मीद है बच्चों कि मेरे इस लैक्चर तो बाद तुहानू प्रोफैसर पूरन सिंह जी की रचना पंजाब दे मजदूर अते खूह उत्ते चंगी तरह समझ आई होएगी। इस दे नाल संबंधित जिहड़े आपां प्रश्न उत्तर किए हैं वो भी तुहानू चंगी तरह समझ आए होणगे। इस करके बहुत बहुत धन्यवाद।